शक्ति ਦੀ ਆਪਾਂ ਗੱਲ कर रहे सी। ਅੰਮ੍ਰਿਤ ਦੇ ਨਾਲ ਸਭ ਤੋਂ ਵੱਡੀ ਅੰਮ੍ਰਿਤ ਪਾਨ ਕਰ ਲਿਆ, ਖੰਡੇ ਬਾਟੇ ਦੀ ਪੌਲ ਲੈ ਲਈ। ਉਸ ਤੋਂ ਅਗਲਾ ਜਿਹੜਾ ਸਟੈਪ ਹੈ, ਅਗਲਾ ਜਿਹੜਾ ਮਾਰਗ ਅੱਗੇ ਦਾ ਰਸਤਾ, ਉਹ ਆ ਮਰਿਆਦਾ, ਰਹਿਤ ਮਰਿਆਦਾ। ਆਪਣੇ ਜੀਵਨ ਨੂੰ ਰਹਿਤ ਵਿੱਚ ਰੱਖਣਾ। ਜਦੋਂ ਅਸੀਂ ਪੁਰਾਣੇ ਰਹਿਤਨਾਮੇ ਪੜ੍ਹਦੇ ਹਾਂ ਨਾ, ਭਾਈ ਦੇਸਾ ਸਿੰਘ ਜੀ ਦਾ ਰਹਿਤਨਾਮਾ, ਭਾਈ ਚੋਪਾ ਸਿੰਘ ਜੀ ਦਾ ਰਹਿਤਨਾਮਾ, ਭਾਈ ਨੰਦ ਲਾਲ ਜੀ, ਭਾਈ ਪ੍ਰਹਲਾਦ ਜੀ, ਬਾਬਾ ਸ਼ਮੇਰ ਜੀ, ਇਹਨਾਂ ਗੁਰੂ ਕੇ ਸਿੱਖਾਂ ਨੇ ਰਹਿਤਨਾਮੇ ਲਿਖੇ ਨੇ। ਇਹਨਾਂ ਰਹਿਤਨਾਮਿਆਂ ਦੇ ਵਿੱਚ ਸਿੱਖ ਦੀ ਜ਼ਿੰਦਗੀ ਬਾਰੇ, ਸਿੱਖ ਦੇ ਜੀਵਨ ਬਾਰੇ, ਸਿੱਖ ਦੇ ਕਿਰਦਾਰ ਬਾਰੇ ਦੱਸਿਆ ਹੋਇਆ ਹੈ। ਸਿੱਖ ਨੇ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਕਰਨੀ ਹੈ, ਸਿੱਖ ਦੀ ਜ਼ਿੰਦਗੀ ਵਿੱਚ ਰਹਿਤ ਕੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਖੰਡੇ ਬਾਟੇ ਦੀ ਪੌਲ ਲੈਂਦੇ ਹਾਂ ਜੀ ਪੰਜ ਪਿਆਰਿਆਂ ਪਾਸੋਂ, ਉਦੋਂ ਸਾਨੂੰ ਬਕਾਇਦਾ ਰਹਿਤ ਮਰਿਆਦਾ ਬਾਰੇ ਗੱਲ ਕੀਤੀ ਜਾਂਦੀ ਹੈ, ਰਹਿਤ ਮਰਿਆਦਾ ਸਮਝਾਈ ਜਾਂਦੀ ਹੈ। ਇਹ ਗੱਲ ਆਖੀ ਜਾਂਦੀ ਹੈ, ਜੇ ਤੁਹਾਨੂੰ ਇਹ ਸ਼ਰਤਾਂ ਕਬੂਲ ਨੇ, ਰਹਿਤ ਕਬੂਲ ਹੈ, ਤੁਸੀਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰ ਸਕਦੇ ਹੋ। ਜੇ ਤੁਹਾਨੂੰ ਇਹ ਰਹਿਤ ਕਬੂਲ ਨਹੀਂ, ਇਹ ਮਰਿਆਦਾ ਕਬੂਲ ਨਹੀਂ, ਇਹ ਗੱਲਾਂ ਕਬੂਲ ਨਹੀਂ, ਫਿਰ ਤੁਸੀਂ ਖੰਡੇ ਬਾਟੇ ਦੀ ਪੌਲ ਦੇ ਹੱਕਦਾਰ ਨਹੀਂ। ਮਨ ਬਣਾ ਲਓ। ਬਕਾਇਦਾ ਪੰਜ ਪਿਆਰੇ ਦੱਸਦੇ ਨੇ। ਇੱਥੇ ਵੀ ਅਸੀਂ ਇਤਿਹਾਸ ਅੰਦਰ ਪੜ੍ਹ ਰਹੇ ਹਾਂ, ਇਹਨਾਂ ਰਹਿਤਨਾਮਿਆਂ ਦੇ ਅੰਦਰ ਬੜਾ ਪਿਆਰਾ ਭਾਈ ਚੌਪਾ ਸਿੰਘ ਜੀ, ਭਾਈ ਦੇਸਾ ਸਿੰਘ ਜੀ, ਇਹਨਾਂ ਰਹਿਤਨਾਮੇ ਜਿਨ੍ਹਾਂ ਨੇ ਲਿਖੇ ਗੁਰੂ ਕੇ ਸਿੱਖਾਂ ਨੇ, ਉਹ ਸਿੱਖ ਦੀ ਰਹਿਤ ਬਾਰੇ ਸਾਰੀ ਗੱਲ ਕੀਤੀ ਹੋਈ ਹੈ। ਗੁਰਬਾਣੀ ਦਾ ਵਚਨ ਹੈ ਜੀ। ਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ, ਇਤ ਮਾਰਗ ਚੱਲੇ ਭਾਈੜੇ, ਗੁਰ ਕਹੈ ਸੋ ਕਾਰ ਕਮਾਏ ਜੀਓ। ਜੇ ਮੰਨੋ ਕੋਈ ਸਵਾਲ ਪੁੱਛ ਲਵੇ ਰਹਿਤ ਮਰਿਆਦਾ ਕੀ ਹੈ, ਰਹਿਤ ਕਿਸ ਤਰ੍ਹਾਂ ਰੱਖਣੀ ਹੈ, ਇੱਕੋ ਜਵਾਬ ਹੈ, ਆਪਣੇ ਮਨ ਦੀ ਮਰਜ਼ੀ ਤਿਆਗ ਦੇਣੀ, ਮਨ ਮਤ ਤਿਆਗ ਕੇ ਗੁਰਮਤ ਨੂੰ ਧਾਰਨ ਕਰਨਾ ਹੀ ਰਹਿਤ ਮਰਿਆਦਾ ਵਿੱਚ ਜਿਉਣਾ ਹੁੰਦਾ ਹੈ। ਜੇ ਕੋਈ ਆਖੇ ਵੀ ਰਹਿਤ ਮਰਿਆਦਾ ਕੀ ਹੈ, ਜਿਹਨੇ ਆਪਣੇ ਮਨ ਦੀ ਮਰਜ਼ੀ ਤਿਆਗਤੀ, ਮਨ ਮਤ ਤਿਆਗਤੀ, ਗੁਰਮਤ ਨੂੰ ਅੰਦਰ ਵਸਾ ਲਿਆ, ਗੁਰਬਾਣੀ ਨੂੰ ਅੰਦਰ ਵਸਾ ਲਿਆ, ਮੰਨੋ ਰਹਿਤ ਵਿੱਚ ਆ ਗਿਆ। ਇੱਥੇ ਬਾਣੀ ਦਾ ਵਚਨ ਪੜ੍ਹ ਰਹੇ ਸੀ, ਇਤ ਮਾਰਗ ਚੱਲੇ ਭਾਈੜੇ, ਇਸ ਮਾਰਗ ਤੇ ਚੱਲੋ। ਅੱਗੇ ਮਹਾਰਾਜ ਕਹਿੰਦੇ, ਗੁਰ ਕਹੈ ਸੋ ਕਾਰ ਕਮਾਏ ਜੀਓ। ਰਹਿਤ ਕਿਵੇਂ ਰੱਖੀ ਜਾਵੇਗੀ? ਤਿਆਗੈ ਮਨ ਕੀ ਮੱਤੜੀ, ਵਿਸਾਰੈ ਦੂਜਾ ਭਾਉ ਜੀਓ। ਮਨ ਦੀ ਮਰਜ਼ੀ ਤਿਆਗਣ ਦੇ ਨਾਲ ਹੀ ਰਹਿਤ ਵਿੱਚ ਆਇਆ ਜਾ ਸਕਦਾ ਹੈ, ਦੂਜਾ ਭਾਉ ਤਿਆਗਣ ਨਾਲ। ਇਉਂ ਪਾਵੇ ਹਰ ਦਰਸਾਵੜਾ, ਨ ਲੱਗੈ ਤੱਤੀ ਵਾਓ ਜੀਓ। ਫਿਰ ਜ਼ਿੰਦਗੀ ਅੰਦਰ ਤੱਤੀ ਵਾਹ ਨਹੀਂ ਲੱਗਦੀ ਜੇ ਅਸੀਂ ਰਹਿਤ ਵਿੱਚ ਆ ਜਾਵਾਂਗੇ। ਰਹਿਤ ਰਹਿਤ ਰਹਿ ਜਾਏ ਵਿਕਾਰਾ, ਗੁਰ ਪੂਰੇ ਕੇ ਸ਼ਬਦ ਅਪਾਰਾ। ਗੁਰਪੂਰੇ ਦੀ ਸ਼ਕਤੀ ਦੀ ਕਮਾਈ ਕਰਦੇ ਹਾਂ, ਸਿੱਖ ਦਾ ਇੱਕ ਖਾਸ ਕਿਸਮ ਦਾ ਸੁਭਾਅ ਬਣ ਜਾਂਦਾ ਹੈ, ਖਾਸ ਕਿਸਮ ਦਾ ਜੀਵਨ ਬਣ ਜਾਂਦਾ ਹੈ, ਖਾਸ ਕਿਸਮ ਦੀ ਰਹਿਣੀ ਬਣ ਜਾਂਦੀ ਹੈ, ਜੇ ਅਸੀਂ ਗੁਰੂ ਦੇ ਬਚਨਾਂ ਨੂੰ ਜ਼ਿੰਦਗੀ ਅੰਦਰ ਕਮਾਵਾਂਗੇ। ਇਸ ਰਹਿਤ ਮਰਿਆਦਾ ਦਾ ਪਾਲਣ ਕਰਦੇ ਹੋਏ ਅਸੀਂ ਇੱਕ ਅਰਦਾਸ ਦਾ ਪਹਿਰਾ ਪੜ੍ਹਦੇ ਹਾਂ ਰੋਜ਼ਾਨਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਇੱਥੇ ਇਤਿਹਾਸਕਾਰ ਲਿਖਦੇ ਨੇ, ਭਾਈ ਮਨੀ ਸਿੰਘ ਜੀ ਵਰਗੇ, ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ, ਤਾਰਾ ਸਿੰਘ ਬਾਂ, ਅਨੇਕਾਂ ਸਿੱਖ ਜਿਹੜੇ ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ, ਬੰਦ ਬੰਦ ਕੱਟਿਆ ਗਿਆ, ਖੋਪਰ ਲਾਇਆ ਗਿਆ, ਚਰਖੀਆਂ ਤੇ ਚਾੜਿਆ ਗਿਆ। ਇਹ ਪਿੱਛੇ ਸਾਰੀ ਕਮਾਈ ਕਿਹੜੀ ਕੰਮ ਕਰਦੀ ਹੈ? ਉਹਨਾਂ ਨੇ ਈਨ ਨਹੀਂ ਮੰਨੀ, ਗੁਰੂ ਦੀ ਰਹਿਤ ਨੂੰ ਨਹੀਂ ਛੱਡਿਆ, ਗੁਰੂ ਦੀ ਵਿਚਾਰ ਨੂੰ ਨਹੀਂ ਛੱਡਿਆ। ਜੋ ਰਹਿਤ ਗੁਰੂ ਨੇ ਦੇਤੀ ਨਾ, ਉਹ ਤੇ ਪਰਪੱਕ ਰਹੇ ਨੇ, ਉਸ ਰਹਿਤ ਨੂੰ ਸਾਂਭਿਆ, ਉਸ ਗੁਰੂ ਦੀ ਵਿਚਾਰ ਨੂੰ ਸਾਂਭਿਆ, ਆਪਣਾ ਆਪਾ ਕੁਰਬਾਨ ਕਰ ਗਏ। ਰਹਿਤ ਵਿੱਚ ਰਹਿ ਕੇ ਗੁਰਮੁਖ ਦਾ ਜੀਵਨ ਬੜੇ ਕਮਾਲ ਦਾ ਬਣ ਜਾਂਦਾ ਹੈ। ਇੱਥੇ ਇਤਿਹਾਸਕਾਰ ਲਿਖਦੇ ਨੇ, ਸਿੱਖ ਨੂੰ ਉਸਦੇ ਧਰਮ ਅਤੇ ਉਸਨੇ ਰਹਿਤ ਜਿਹੜੀ ਹੈ, ਰਹਿਤ ਸਿੱਖ ਨੂੰ ਉਸਦੇ ਧਰਮ ਬਾਰੇ, ਉਹਦੇ ਆਪੇ ਬਾਰੇ, ਕੀ ਉਹ ਕੀ ਹੈ ਤੇ ਉਸਦਾ ਜੀਵਨ ਕਿਹੜੇ ਕੰਮ ਲਈ ਬਣਿਆ,
ਇਹ ਸਾਰਾ ਕੁਝ ਸਾਨੂੰ ਰਹਿਤ ਸਮਝਾਉਂਦੀ ਹੈ ਜੀ, ਵੀ ਮੈਂ ਕਾਹਦੇ ਵਾਸਤੇ ਆਇਆ, ਕਿਵੇਂ ਸੰਸਾਰ ਤੇ ਮੈਂ ਵਿਚਰਨਾ। ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਪੜ੍ਹਦੇ ਹਾਂ ਨਾ, ਉਹਦੇ ਅੰਦਰ ਸਿੱਖ ਦੀ ਤਾਰੀਫ ਲਿਖੀ ਹੋਈ ਹੈ। ਸਿੱਖ ਦੀ ਤਾਰੀਫ ਤੋਂ ਅੱਗੇ ਸਿੱਖ ਦੀ ਰਹਿਣੀ ਬਾਰੇ ਵੀ ਜ਼ਿਕਰ ਕੀਤਾ, ਸ਼ਖਸੀ ਰਹਿਣੀ ਕਿਹੜੀ ਹੁੰਦੀ ਹੈ ਤੇ ਪੰਥਕ ਰਹਿਣੀ ਕਿਹੜੀ ਹੁੰਦੀ ਹੈ। ਤੁਸੀਂ ਵਿਸਥਾਰ ਨਾਲ, ਕਿਉਂਕਿ ਸਮਾਂ ਆਪਣੇ ਕੋਲ ਸੀਮਤ ਹੈ, ਉੱਥੋਂ ਸਿੱਖ ਰਹਿਤ ਮਰਿਆਦਾ ਦਾ ਪਹਿਲਾ ਪੰਨਾ ਹੀ ਹੈ, ਉਹਦੇ ਸਾਰਾ ਕੁਝ ਵਿਸਥਾਰ ਨਾਲ ਲਿਖਿਆ ਹੋਇਆ ਹੈ। ਇਸ ਕਰਕੇ ਇੱਥੇ ਹੀ ਆਪਾਂ ਅੱਜ ਸਮਝਿਆ ਵਿਚਾਰਿਆ ਵੀ ਰਹਿਤ ਵਿੱਚ ਆਉਣਾ, ਰਹਿਤ ਮਰਿਆਦਾ ਜ਼ਿੰਦਗੀ ਵਿੱਚ ਲਾਗੂ ਕਰਨੀ ਬਹੁਤ ਜ਼ਰੂਰੀ ਹੈ। ਵਿਦਵਾਨਾਂ ਦਾ ਕਥਨ ਹੈ ਵੀ ਜੋ ਜ਼ਿੰਦਗੀ ਵਿੱਚ ਰਹਿਤ ਅਪਣਾ ਲੈਂਦੇ ਨੇ ਨਾ, ਉਹ ਕਦੇ ਮਾਰ ਨਹੀਂ ਖਾਂਦੇ। ਤੁਸੀਂ ਵੇਖੋ, ਜਿਹੜੀ ਚੀਜ਼ ਮਰਿਆਦਾ ਅੰਦਰ ਚੱਲਦੀ ਹੈ ਨਾ, ਮਰਿਆਦਾ ਅੰਦਰ ਚੱਲਣ ਵਾਲੀ ਚੀਜ਼ ਦੇ ਬਹੁਤ ਲਾਭ ਹੁੰਦੇ ਨੇ। ਪਾਣੀ ਮਰਿਆਦਾ ਅੰਦਰ ਚੱਲਦਾ ਹੈ, ਮਰਿਆਦਾ ਅੰਦਰ ਅਸੀਂ ਸੂਰਜ ਤੋਂ ਕਿੰਨਾ ਕੁਝ ਪ੍ਰਾਪਤ ਕਰ ਲੈਂਦੇ ਹਾਂ। ਅਨੁਮਾਨ ਅੰਦਾਜ਼ਾ ਲਾ ਕੇ ਵੇਖੋ, ਜਦੋਂ ਪਾਣੀ ਆਪਣੀ ਮਰਿਆਦਾ ਖੋ ਬਹਿੰਦਾ ਹੈ, ਫਿਰ ਨੁਕਸਾਨ ਕਿੰਨਾ ਹੁੰਦਾ ਹੈ। ਇੱਕ ਉਦਾਹਰਨ ਆ ਜੀ, ਮਨੁੱਖ ਆਪਣੀ ਮਰਿਆਦਾ ਭੁੱਲ ਜਾਵੇ, ਆਪਣੀ ਰਹਿਤ ਭੁੱਲ ਜਾਵੇ, ਕਿੰਨਾ ਨੁਕਸਾਨ ਕਰਦਾ ਹੈ। ਜ਼ਿੰਦਗੀ ਨੂੰ ਇੱਕ ਮਰਿਆਦਾ ਵਿੱਚ, ਇੱਕ ਸੰਚੇ ਵਿੱਚ ਢਾਲਣਾ ਬਹੁਤ ਜ਼ਰੂਰੀ ਹੈ। ਜਿਵੇਂ ਆਪਾਂ ਸਾਰੇ ਨਿੱਤ ਗੁਰਦੁਆਰੇ ਆਉਂਦੇ ਹਾਂ, ਸੇਵਾ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਇੱਕ ਜ਼ਿੰਦਗੀ ਦਾ ਇੱਕ ਨੇਮ ਆ ਨਾ ਆਪਣਾ। ਬੜੀ ਸੋਹਣੀ ਗੱਲ ਹੈ, ਆਪਾਂ ਹਰ ਇੱਕ ਕੰਮ ਨੂੰ ਸਮਾਂ ਦੇ ਰਹੇ ਹਾਂ। ਘਰ ਦੇ ਕੰਮਾਂ ਨੂੰ ਵੀ ਗੁਰੂ ਘਰ ਆ ਕੇ ਬਾਣੀ ਸੁਣਨਾ, ਬਾਣੀ ਪੜ੍ਹਨਾ, ਇੱਕ ਜ਼ਿੰਦਗੀ ਦਾ ਇੱਕ ਟਾਈਮ ਟੇਬਲ ਕਹਿ ਲਓ। ਇਹਨੂੰ ਹੀ ਆਪਾਂ ਸੌਖੇ ਸ਼ਬਦਾਂ ਵਿੱਚ ਕਹਿ ਲਓ, ਇਹਨੂੰ ਆਪਾਂ ਕਹਿੰਦੇ ਇੱਕ ਰਹਿਤ ਆਏ ਸਾਡੀ ਜ਼ਿੰਦਗੀ ਦੀ। ਰਹਿਤ ਹੋਣੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ। ਪਾਤਸ਼ਾਹ ਜੀ ਨੇ ਆਪਣੇ ਬਚਨਾਂ ਦੇ ਅੰਦਰ, ਜਦੋਂ ਅਸੀਂ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ ਨਾ, ਇੱਥੇ ਭਾਈ ਦੇਸਾ ਸਿੰਘ ਜੀ ਦਾ ਜਿਹੜਾ ਰਹਿਤਨਾਮਾ, ਆਪਾਂ ਰਹਿਤਨਾਮਿਆਂ ਦੀ ਗੱਲ ਕਰ ਰਹੇ ਸੀ, ਉਹਨਾਂ ਨੇ ਕਿਹਾ ਆਪਣੇ ਰਹਿਤਨਾਮੇ ਅੰਦਰ, ਰਹਿਣ ਹੀ ਰਹੇ ਸੋਈ ਸਿੱਖ ਮੇਰਾ, वो ठाकुर मैं उसका चेहरा, रहत रहत रह जाए विकारा, रहत धर्म ਸਿੰਘਨ को सारा। ਇੱਥੇ ਬੜੇ ਪਿਆਰੇ ਸ਼ਬਦ ਲਿਖੇ ਹੋਏ ਨੇ ਜੀ ਰਹਿਤਨਾਮਿਆਂ ਦੇ ਵਿੱਚੋਂ। ਪ੍ਰਥਮੇ ਰਹਿਤ ਜੇ ਜਾਨ ਖੰਡੇ ਕੀ ਪੌਲ ਸਕੇ, ਇਹ ਰਹਿਤਨਾਮਿਆਂ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਕਰੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਪਾਤਸ਼ਾਹ ਜੀ ਕਹਿੰਦੇ ਮੇਰਾ ਖਾਲਸਾ, ਮੇਰਾ ਸਿੱਖ ਸਭ ਤੋਂ ਨਿਆਰਾ ਹੈ, ਇੱਕ ਤੇ ਭਰੋਸਾ ਰੱਖਣ ਵਾਲਾ ਹੈ, ਪਰ ਜਦੋਂ ਇਹ ਵਿਪਰਨ ਵਾਲੀਆਂ ਰੀਤਾਂ ਕਰਦਾ ਨਾ, ਕਰਮ ਕਾਂਡ ਕਰਦਾ, ਫਿਰ ਇਹ ਤੇ ਕੋਈ ਵਿਸ਼ਵਾਸ ਨਹੀਂ ਰਹਿ ਗਿਆ। ਮੈਂ ਨਾ ਕਰੂੰ ਇਨ ਕੀ ਪ੍ਰਤੀਤ, ਫਿਰ ਇਹਦੀ ਕੋਈ ਪ੍ਰਤੀਤ ਨਹੀਂ ਹੈ, ਕੋਈ ਇਹ ਤੇ ਵਿਸ਼ਵਾਸ ਨਹੀਂ ਹੈ। ਵਿਪਰਨ ਕੀ ਰੀਤਾਂ ਤੋਂ ਮਹਾਰਾਜ ਕਹਿੰਦੇ ਪੰਡਤ ਮੁੱਲਾ ਛਾੜੇ ਦੋ, ਹਮਰਾ ਝਗੜਾ ਰਹਾ ਨਾ ਕੋ। ਵਿਪਰਨ ਕੀ ਰੀਤਾਂ ਤੋਂ ਖਹਿੜਾ ਛਡਾ ਕੇ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਰਹਿਤਵਾਨ ਸਿੱਖ ਬਣਾਇਆ ਹੈ। ਜ਼ਿੰਦਗੀ ਵਿੱਚ ਰਹਿਤ ਨੂੰ ਜ਼ਰੂਰ ਲੈ ਕੇ ਆਓ। ਸਤਿਗੁਰੂ ਮਹਾਰਾਜ ਅੱਜ ਦੇ ਇਸ ਇਤਿਹਾਸ ਅੰਦਰ ਹੀ ਆਪਾਂ ਨੂੰ ਦਸਵੇਂ ਪਿਤਾ ਜੀ ਗੱਲ ਸਮਝਾ ਰਹੇ ਨੇ, ਜਿਨ੍ਹਾਂ ਨੇ ਗੁਰੂ ਲਈ ਆਪਾ ਵਾਰਿਆ, ਗੁਰੂ ਲਈ ਪਰਿਵਾਰ ਤੱਕ ਨਿਸ਼ਾਵਰ ਕਰ ਦਿੱਤੇ। ਉਹ ਸਭ ਪਿੱਛੇ ਇੱਕ ਬਹੁਤ ਵੱਡੀ ਪਾਵਰ ਕਹਿ ਲਓ, ਬਹੁਤ ਵੱਡੀ ਸ਼ਕਤੀ ਕਹਿ ਲਓ। ਗੁਰੂ ਨੇ ਜੋ ਰਹਿਤ ਦਿੱਤੀ, ਉਹ ਤੇ ਆਪਣਾ ਪੂਰਾ ਚੱਲ ਕੇ ਆਪਣਾ ਪਰਿਵਾਰ ਤੱਕ ਕੁਰਬਾਨ ਕਰ ਦਿੱਤਾ। ਗੁਰੂ ਨੇ ਵੀ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ। ਗੁਰੂ ਕੇ ਸਿੱਖਾਂ ਨੇ ਵੀ ਆਪਣੇ ਪਰਿਵਾਰ ਨੂੰ ਲੇਖੇ ਲਾਇਆ। ਕਾਹਦੇ ਲਈ? ਇਸ ਸਿੱਖੀ ਦੇ ਝੰਡੇ ਨੂੰ ਬੁਲੰਦ ਕਰਨ ਵਾਸਤੇ, ਸਿੱਖੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਵਾਸਤੇ। ਅੱਜ ਲੋੜ ਆ ਜੀ ਰਹਿਤ ਨੂੰ ਸਮਝਣ ਦੀ, ਰਹਿਤ ਮਰਿਆਦਾ ਨੂੰ ਸਮਝਣ ਦੀ। ਸਾਡੀ ਰਹਿਤ ਮਰਿਆਦਾ ਵੀ ਇੱਕੋ ਜਾਵੇ ਜੋ ਅਕਾਲ ਤਖਤ ਵੱਲੋਂ ਪ੍ਰਮਾਣਿਤ ਆ, ਸਿੱਖ ਰਹਿਤ ਮਰਿਆਦਾ। ਨਹੀਂ ਤਾਂ ਅਸੀਂ ਵੇਖਦੇ ਰੰਗ ਬਰੰਗੀਆਂ ਮਰਿਆਦਾ, ਕੋਈ ਮਰਿਆਦਾ ਚੱਕੀ ਫਿਰਦਾ, ਕੋਈ ਮਰਿਆਦਾ ਚੱਕੀ ਫਿਰਦਾ। ਅਸੀਂ ਇੱਕੋ ਇੱਕ ਮਰਿਆਦਾ ਜੋ ਅਕਾਲ ਤਖਤ ਵੱਲੋਂ ਪ੍ਰਮਾਣਿਤ ਹੈ, ਉਸ ਮਰਿਆਦਾ ਨੂੰ ਪੜ੍ਹੀਏ, ਵਿਚਾਰੀਏ, ਤਾਂ ਕਿ ਸਾਡਾ ਜੀਵਨ ਸੋਹਣਾ ਬਣ ਜੇ, ਵਧੀਆ ਬਣ ਜੇ। ਗੁਰੂ ਕਿਰਪਾ ਕਰੇ ਜੀ। ਇੰਨੀ ਬੇਨਤੀ ਪ੍ਰਵਾਨ ਕਰਿਓ। ਬੋਲਦਿਆਂ ਕੋਲ ਇੱਕ ਨਹੀਂ ਨਿੱਕਾ ਪ੍ਰਕਾਰ ਦੀਆਂ ਭੁੱਲਾਂ ਹੋ ਸਕਦੀਆਂ ਨੇ। ਗੁਰੂ ਸਾਹਿਬ ਜੀ ਬਖਸ਼ਣਹਾਰ। ਅੰਤ ਵਿੱਚ ਫਤਿਹ ਨਾਲ ਪਾਓ ਸਾਂਝ ਆਖੋ ਜੀ। ਵਾਹਿਗੁਰੂ ਜੀ ਕਾ